ਉਹਨਾਂ ਨੇ ਮੈਨੂੰ 5 ਅਜਿਹੀਆਂ ਚੀਜ਼ਾਂ ਦੱਸੀਆਂ ਨੇ ਜਿਸ ਨਾਲ ਜਿਹੜਾ ਇਨਸਾਨ ਹੈਗਾ ਜੇਕਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ ਹੈ ਤਾਂ ਉਹਦੀ ਫਟਾਫਟ ਵੱਧਦੀ ਉਮਰ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਥੋੜਾ ਬਹੁਤ ਖੜਾ ਹੈਗਾ ਜਿਹੜਾ ਉਹ ਜ਼ਰੂਰ ਆ ਜਾਂਦਾ ਹੈ। ਇੱਕ ਕਹਾਵਤ ਸੁਣੀ ਬੜੀ ਵਧੀਆ, ਕਹਿੰਦੇ ਇੱਕ ਅਨਾਰ ਤੇ 100 ਬਿਮਾਰ। ਜੀ ਬਿਲਕੁਲ ਸੁਣੀ। ਉਹ ਅਨਾਰ ਤੋਂ ਹੀ ਸ਼ੁਰੂ ਕਰੀਏ ਫਿਰ ਆਪਾਂ। ਜਿਹੜਾ ਅਨਾਰ ਇਹਦੇ ਅੰਦਰ ਇੰਨੀਆਂ ਕੁ ਵਧੀਆ ਪ੍ਰੋਪਰਟੀਜ਼ ਹੈਗੀਆਂ, ਇਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਦੇਸੀ ਵੈਗਰਾ। ਦੇਸੀ ਵੈਗਰਾ ਕਿਉਂ ਕਹਿੰਦੇ ਆ? ਇਹ ਬਲੱਡ ਦੀਆਂ ਜਿਹੜੀਆਂ ਜੋ ਕੰਮ ਵੈਗਰਾ ਕਰਦੀ ਹੈ ਨਾ ਬੇਸਿਕਲੀ, ਉਹ ਜਿਸ ਤਰੀਕੇ ਨਾਲ ਤੁਹਾਡੀ ਮੁੱਛ ਹਰ ਵੇਲੇ ਖੜੀ ਰਹਿੰਦੀ ਹੈ ਤੇ ਲੋਕਾਂ ਦੀ ਵੀ ਮੁੱਛਾਂ ਤੁਸੀਂ ਹਰ ਵੇਲੇ ਖੜੀਆਂ ਕਰਾਓ। ਜਿਹੜੀ ਡੇਟ ਹੈ ਨਾ, ਇਹ ਮਤਲਬ ਜਿਹੜੇ ਦੁਬਈ ਦੇ ਲੋਕ ਨੇ, ਤੁਸੀਂ ਦੇਖਿਆ ਸ਼ੇਖ ਸਾਡੇ ਭਰਾ ਕਿੰਨੇ ਫਿੱਟ ਨੇ। ਇੱਕ ਸ਼ੇਖ ਨੇ 2 3 4 ਜਨਾਨੀਆਂ ਰੱਖੀਆਂ ਹੁੰਦੀਆਂ, ਕਿਸੇ ਗੱਲ ਨੂੰ ਰੱਖੀਆਂ ਹੁੰਦੀਆਂ। ਤੇ ਉਹ ਤਾਂ ਹੀ ਹੈ ਵੀ ਜਿਹੜੀ ਖਜੂਰ ਹੈ ਨਾ, ਉਹ ਆਪਾਂ ਉਹਨੂੰ ਕੰਪਲੀਟ ਕਹਿ ਸਕਦੇ ਹਾਂ, ਕੰਪਲੀਟ ਫੂਡ ਹੈ। ਮੈਂ ਆਪਣੀ ਲਾਈਫ ਦੇ ਤੁਹਾਨੂੰ ਸੀਕਰੇਟ ਜਿਹੜੇ ਨੇ ਉਹ ਰਿਵੀਲ ਕਰ ਰਿਹਾ ਵਾਂ, ਦੱਸ ਰਿਹਾ ਵਾਂ ਕਿ ਕੀ ਚੀਜ਼ਾਂ ਨੇ ਜਿਹੜੇ ਤੁਹਾਡੇ ਕੋਲ ਠੱਗਾਂ ਵੈਦਾਂ ਦਾ ਜਿਹੜਾ ਇੱਕ ਟੋਲਾ ਬਣਿਆ ਨਾ, ਉਹਨਾਂ ਤੋਂ ਤੁਹਾਡਾ ਖਹਿੜਾ ਛੁੱਟ ਜਾਏਗਾ। ਮੈਂ ਅੱਜ ਤੁਹਾਨੂੰ 5 ਇੱਦਾਂ ਦੇ ਫਰੂਟਾਂ ਦਾ ਦੱਸਾਂਗਾ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਯੂਜ਼ ਕਰਦਾ ਵਾਂ, ਜਿਹਦੇ ਕਰਕੇ ਮੇਰੀ એનર્ਜੀ ਲੈਵਲ ਇੰਨਾ ਜ਼ਿਆਦਾ ਹਾਈ ਰਹਿੰਦਾ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਤਾਕਤ ਦੇ ਵਿੱਚ। ਤੁਸੀਂ ਕਹਿ ਰਹੇ ਹੋ ਕਿ ਡਾਰਕ ਚਾਕਲੇਟ ਦੀ ਤੁਸੀਂ ਗੱਲ ਕਰ ਰਹੇ ਹੋ। ਡਾਰਕ ਚਾਕਲੇਟ ਦੇ ਵਿੱਚ ਅਜਿਹਾ ਕੀ ਹੁੰਦਾ ਜੀ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਰ ਵੇਲੇ ਮੁੱਛ ਖੜੀ ਰਹੇਗੀ ਤੁਹਾਡੀ? ਹੁਣ ਕੱਦੂ ਦੇ ਬੀਜ ਤੁਸੀਂ ਇੱਕ ਵਾਰੀ ਮੇਰੇ ਕਹਿਣ 'ਤੇ ਨੈੱਟ 'ਤੇ ਪਾ ਕੇ ਵੀ ਦੇਖਿਓ। ਬੜੇ ਸਿਆਣੇ ਨੇ ਲੋਕ ਅੱਜ ਕੱਲ੍ਹ, ਬਹੁਤ ਇੰਟੈਲੀਜੈਂਟ ਨੇ, ਹਰ ਚੀਜ਼ ਨੂੰ ਨੈੱਟ 'ਤੇ ਪਾ ਕੇ ਕ੍ਰੋਸ ਚੈੱਕ ਕਰਦੇ ਨੇ। 50 ਵਾਰਾਂ ਤੋਂ ਵੱਧ ਮੈਂ ਨਹੀਂ ਕਿਸੇ ਨੂੰ ਦੇਖਿਆ ਵੀ ਵੈਗਰਾ ਦੀ ਗੋਲੀ ਉਹੀ MG ਦੀ ਉਹਦੇ 'ਤੇ ਅਸਰ ਕਰੇ। ਜਿਹੜੀ ਗੋਲੀ ਪਹਿਲਾਂ 5 MG ਦੀ ਅਸਰ ਕਰਦੀ ਸੀ, ਉਹ 10 MG ਦੀ ਹੋ ਗਈ, 10 MG ਵਾਲੀਆਂ ਫਿਰ 2 ਹੋ ਗਈਆਂ, ਫਿਰ 3 ਹੋ ਗਈਆਂ। ਅਲਟੀਮੇਟਲੀ ਐਂਡ ਆਫ ਦਾ ਡੇ ਉਹ ਜਿਹੜੀ ਗੋਲੀ ਹੈ ਉਹ ਅਸਰ ਕਰਨਾ ਬਿਲਕੁਲ ਬੰਦ ਕਰ ਦੇਗੀ। ਪਰ ਇਹ ਜਿਹੜੀ ਚੀਜ਼ ਹੈ ਜੋ ਨੈਚੁਰਲ ਤੁਹਾਨੂੰ ਮੈਂ ਡਾਈਟ ਦੱਸ ਰਿਹਾ ਵਾਂ, ਇਹਦਾ ਕੋਈ ਅੰਤ ਹੀ ਨਹੀਂ ਹੈਗਾ। ਬਦਾਮ ਜਿਹੜੇ ਨੇ ਸਭ ਤੋਂ ਵਧੀਆ ਚੀਜ਼ ਹੈ ਹਰ ਚੀਜ਼ ਦਾ ਫੰਕਸ਼ਨ ਲੈਣ ਲਈ। ਕਿਉਂ? ਬਦਾਮ ਕਿਹੜੀ ਤੁਹਾਡੇ ਅੰਦਰ ਬਲੱਡ ਦੀ ਕਮੀ ਨਹੀਂ ਹੋਣ ਦੇਣਗੇ। ਬਲੱਡ ਦਾ ਫਲੋ ਹੈ, ਜਦੋਂ ਆਪਾਂ ਸੋਚਦੇ ਹਾਂ ਕਿਸੇ ਗੱਲ ਬਾਰੇ, ਬਲੱਡ ਦਾ ਫਲੋ ਇੰਨੀ ਸਪੀਡ ਨਾਲ ਆਏਗਾ, ਤੁਸੀਂ ਕਹੋਗੇ ਵੀ ਮੇਰੇ ਅੰਦਰ ਇੰਨੀ ਤਾਕਤ ਪਹਿਲਾਂ ਤਾਂ ਹੈ ਨਹੀਂ ਸੀ ਕਦੀ। ਤੁਸੀਂ ਇਹਨੂੰ ਸਾਰੀ ਉਮਰ ਵਰਤੋ। ਮੈਨੂੰ ਆਪ ਨੂੰ 15 ਸਾਲ ਹੋ ਗਏ ਵਰਤਦੇ ਨੂੰ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ, ਮੈਂ ਬਿਲਕੁਲ ਠੀਕ ਹਾਂ। ਕਿਸੇ ਤਰ੍ਹਾਂ ਦੀ ਕੋਈ ਲੱਕ 'ਚ ਪੇਨ ਨਹੀਂ ਹੋਈ, ਕੋਈ ਸਰਵਾਈਕਲ ਨਹੀਂ ਹੋਇਆ, ਕੋਈ ਸ਼ੂਗਰ ਨਹੀਂ ਹੋਈ, ਕੋਈ BP ਨਹੀਂ ਹੋਇਆ, ਕੁਛ ਨਹੀਂ ਹੋਇਆ। ਘੋੜੇ ਵਰਗਾ ਜਮਾ ਤੁਹਾਡੇ ਸਾਹਮਣੇ ਬੈਠਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ TV ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇੱਕ ਵਾਰ ਮੁੜ ਤੋਂ ਅਸੀਂ ਜਲੰਧਰ ਪਹੁੰਚੇ ਹਾਂ ਗੋਰਿਆਂ ਦੇ ਵੈਦ ਕੋਲ। ਉਹ ਗੋਰਿਆਂ ਦਾ ਵੈਦ ਜਿਸ ਦੇ ਗੋਰੇ ਵੱਡੇ ਗੋਰੇ ਨੇ ਜਿਹੜੇ ਉਹ ਫੈਨ ਨੇ, ਔਰ ਅੱਗੇ ਕਿਉਂਕਿ ਉਹਨਾਂ ਨੇ ਗੋਰਿਆਂ ਦੀਆਂ ਫੈਮਲੀਜ਼ ਡਿਵੋਰਸ ਹੋਣ ਤੋਂ ਬੜੇ ਬਚਾਏ ਨੇ। ਅਜਿਹੇ ਦੇ ਵਿੱਚ ਅੱਜ ਜਿਹੜੀ ਤੁਹਾਡੀ ਮੁਲਾਕਾਤ ਹੈ, ਬੜੀ ਨਿੱਜੀ ਜੀ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਹਾਂ, ਕਿਉਂਕਿ ਅੱਜ ਅਸੀਂ ਗੋਰਿਆਂ ਦੇ ਵੈਦ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ, ਉਹਨਾਂ ਦੇ ਜਿਹੜੀ ਹਰ ਵੇਲੇ ਉਹਨਾਂ ਦਾ ਕਹਿਣਾ ਹੈ ਕਿ ਉਹ 16 ਘੰਟੇ ਤੱਕ ਕੰਮ ਕਰਦੇ ਨੇ, ਪਰਿਵਾਰ ਵੀ ਸਾਂਭਦੇ ਨੇ, ਕੰਮ ਵੀ ਸਾਂਭਦੇ ਨੇ, ਵਿਦੇਸ਼ ਤੋਂ ਗੋਰਿਆਂ ਦੀਆਂ ਕਾਲਾਂ ਨੂੰ ਵੀ ਡੀਲ ਕਰਦੇ ਨੇ। ਅਜੇ ਦੇ ਵਿੱਚ ਜਦੋਂ ਅਸੀਂ ਉਹਨਾਂ ਕੋਲੋਂ ਪੁੱਛਿਆ ਕਿ ਉਹ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਕੀ ਖਾਂਦੇ ਪੀਂਦੇ ਨੇ, ਤਾਂ ਉਹਨਾਂ ਨੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਜਿਹੜੀਆਂ ਦੱਸੀਆਂ। ਉਹਨਾਂ ਨੇ ਮੈਨੂੰ 5 ਅਜਿਹੀਆਂ ਚੀਜ਼ਾਂ ਦੱਸੀਆਂ ਨੇ ਜਿਸ ਨਾਲ ਜਿਹੜਾ ਇਨਸਾਨ ਹੈਗਾ ਜੇਕਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ ਹੈ ਤਾਂ ਉਹਦੀ ਫਟਾਫਟ ਵੱਧਦੀ ਉਮਰ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਥੋੜਾ ਬਹੁਤ ਖੜਾ ਹੈਗਾ ਜਿਹੜਾ ਉਹ ਜ਼ਰੂਰ ਆ ਜਾਂਦਾ ਹੈ। ਸੋ ਅਸੀਂ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵੈਦ ਹਰਸ਼ਵੀਰ ਜੀ ਦਾ, ਜਿਨ੍ਹਾਂ ਨੂੰ ਗੋਰਿਆਂ ਦੇ ਵੈਦ ਨਾਲ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ TV ਪੰਜਾਬੀ 'ਤੇ। ਹਕੀਕਤ TV ਪੰਜਾਬੀ ਦੇਖਣ ਵਾਲਿਆਂ ਨੂੰ ਮੇਰੀ ਹਰਸ਼ਵੀਰ ਸਿੰਘ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਦ ਜੀ, ਅੱਜ ਅਸੀਂ ਕੋਈ ਹੋਰ ਗੱਲ ਨਹੀਂ ਕਰਾਂਗੇ। ਅਸੀਂ ਅੱਜ ਲੋਕਾਂ ਨੂੰ ਫਾਰਮੂਲਾ ਦੇਣਾ ਹੈ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ, ਫਟਾਫਟ ਵੱਧ ਰਹੀ ਹੈ, ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜਾ
ਖੜਾ ਜ਼ਰੂਰ ਆਏਗਾ, ਖੂਬਸੂਰਤੀ ਜਿਹੜੀ ਵਧੇਗੀ। ਅੱਛਾ, ਤੁਸੀਂ ਮੈਨੂੰ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋ, ਤੇ ਜੇਕਰ ਉਹਨਾਂ ਦੇ ਵਿੱਚੋਂ ਕੁਝ ਕੁ ਚੀਜ਼ਾਂ ਤੁਸੀਂ ਠੀਕ ਸਮਝੋ ਤਾਂ ਅੱਜ ਕੈਮਰੇ ਦੇ ਮੂਹਰੇ ਵੀ ਪਲੀਜ਼ ਸਾਨੂੰ ਦੱਸ ਦਿਓ, ਤਾਂ ਕਿ ਜਿਹੜੀ ਗ੍ਰਸਤੀ ਵਾਲੇ ਪਾਸਿਓਂ ਜਿਹੜੀ ਅਸੀਂ ਕਹਿ ਲਈਏ ਕਿ ਖੁਸ਼ੀ ਮਹਿਸੂਸ ਕਰਦਾ ਰਹੇ, ਔਰ ਜਿਸ ਤਰੀਕੇ ਨਾਲ ਤੁਹਾਡੀ ਮੁੱਛ ਹਰ ਵੇਲੇ ਖੜੀ ਰਹਿੰਦੀ ਹੈ ਤੇ ਲੋਕਾਂ ਦੀ ਵੀ ਮੁੱਛਾਂ ਤੁਸੀਂ ਹਰ ਵੇਲੇ ਖੜੀਆਂ ਕਰਾਓ ਜੀ। ਦੇਖੋ ਜੀ, ਸਾਡਾ ਮੇਨ ਏਮ ਹੀ ਇਹੀ ਹੈ, ਦੁਨੀਆ ਤੇ ਆਏ ਆ ਆਪਾਂ, ਕੋਈ ਚੰਗਾ ਕੰਮ, ਕੋਈ ਨੇਕ ਕੰਮ। ਹਰ ਬੰਦਾ ਅੱਜ ਦੀ ਡੇਟ ਦੇ ਵਿੱਚ ਕਮਰਸ਼ਲੀ ਕੰਮ ਕਰਦਾ। ਕਮਰਸ਼ਲੀ ਮੀਨਸ ਵੀ ਹਰ ਬੰਦਾ ਇੱਕ ਹੋੜ ਲੱਗੀ ਹੋਈ ਹੈ ਵੀ ਜਿਹਦੇ ਕੋਲ ਲੱਖ ਹੈ ਉਹ ਕਹਿੰਦਾ ਵੀ ਮੇਰੇ ਕੋਲ 10 ਲੱਖ ਹੋ ਜਾਏ, ਜਿਹਦੇ ਕੋਲ 10 ਲੱਖ ਉਹ ਕਹਿੰਦਾ ਮੇਰੇ ਕੋਲ ਕਰੋੜ ਹੋ ਜਾਏ, ਕਰੋੜ ਵਾਲਾ ਕਹਿੰਦਾ ਜੀ ਮੇਰੇ ਕੋਲ ਕਈ 100 ਕਰੋੜ ਹੋ ਜਾਏ। ਸੋ ਇੱਕ ਨਾ ਜੀਰੋਆਂ ਦੇ ਪਿੱਛੇ ਇੱਕ ਬਹੁਤ ਸਪੀਡ ਨਾਲ ਰੇਸ ਲੱਗੀ ਹੋਈ ਹੈ। ਹਰ ਬੰਦਾ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਉਹਨੂੰ ਉਹਦੇ ਸਿਰ ਤੇ ਪੈਰ ਰੱਖ ਕੇ ਗਾਂਹ ਲੰਘਣ ਦੀ ਕੋਸ਼ਿਸ਼ ਕਰਦਾ। ਸੋ ਇਹਦੇ ਵਿੱਚ ਇੱਕ ਜ਼ਰੂਰਤ ਹੈ ਇੱਕ ਠਹਿਰਾਵ ਦੀ। ਤੁਹਾਡੇ ਦੇਖੋ, ਜੇ ਤੁਹਾਡੀ ਦੇਹ ਅਰੋਗ ਹੈ, ਤੁਹਾਡੇ ਕੋਲ ਇੱਕ ਵਰਦਾਨ ਹੈਗਾ ਨਾ ਪਰਮਾਤਮਾ ਵੱਲੋਂ, ਤੁਹਾਡੀ ਜਿਹੜੀ ਦੇਹ ਵੇ ਉਹ ਕਾਇਮ ਹੈ, ਤੇ ਤੁਸੀਂ ਸੰਸਾਰ ਦੇ ਸਾਰੇ ਸੁੱਖ ਹੰਢਾ ਸਕਦੇ ਹੋ। ਤੇ ਇੱਕ ਬੰਦਾ ਜਿਹਨੂੰ ਤੁਸੀਂ ਪੁੱਛ ਕੇ ਦੇਖੋ, ਚਾਹੇ ਉਹ ਗੋਰਾ ਹੋਏ ਤੇ ਚਾਹੇ ਆਪਣਾ ਪੰਜਾਬੀ ਹੋਏ, ਉਹਨੂੰ ਤੁਸੀਂ ਪੁੱਛ ਕੇ ਦੇਖੋ ਜੀ ਤੇਰੇ ਕੋਲ ਇੱਕੋ ਚੀਜ਼ ਨੂੰ ਲੈ ਲਈਏ, ਤੇਰੀ ਮਰਦਾਨਾ ਤਾਕਤ ਨੂੰ ਤੇਰੇ ਕੋਲ ਖੋਲੀਏ, ਤੇਰੇ ਪੱਲੇ ਕੀ ਰਹਿ ਜਾਊਗਾ ਉਹ ਦੱਸ। ਅਗਲਾ ਕਹਿੰਦਾ ਜੀ ਮੈਂ ਤੇ ਦੁਨੀਆ ਦਾ ਸਭ ਤੋਂ ਅਭਾਗਾ ਬੰਦਾ ਬਣ ਜਾਵਾਂਗਾ ਜੀ, ਮੇਰੇ ਤੇ ਪਰਿਵਾਰ, ਮੇਰੀ ਤੇ ਨਾਲ ਦੀ ਨੇ ਮੈਨੂੰ ਛੱਡ ਕੇ ਚੱਲ ਜਾਣਾ। ਸੋ ਦੇਖੋ, ਜਿਹੜੀ ਗੱਲ ਮੁੱਦੇ ਦੀ ਹੈ, ਜਿਹੜੀ ਇਹ ਗੱਲ ਅੱਜ ਆਪਾਂ ਕਰਨ ਬੈਠੇ ਹਾਂ, ਵੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਉਹ ਤੁਹਾਡੀ ਮਰਦਾਨਗੀ ਹੈ, ਤੁਹਾਡੀ ਸਿਹਤ ਹੈ। ਉਹਨੂੰ ਤੁਸੀਂ ਜੇ ਸਾਂਭ ਲਓਗੇ ਤੇ ਤੁਸੀਂ ਸਮਝੋ ਵੀ ਤੁਹਾਡੇ ਕੋਲ। ਤੁਸੀਂ ਮਾਫ ਕਰਨਾ, ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ। ਤੁਹਾਡੀ ਉਮਰ ਹੈ ਜਿਹੜੀ ਉਹ 45 ਪਲੱਸ ਹੋ ਚੱਲੀ ਹੈ, ਲੇਕਿਨ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਤੁਹਾਡੀ ਡੀਲ ਡਾਲ ਤੋਂ, ਤੁਹਾਡੀ ਗੱਲਬਾਤ ਕਰਨ ਤੋਂ ਐਵੇਂ ਲੱਗਦਾ ਸੀ ਜਿਵੇਂ ਲਗਭਗ ਤੁਸੀਂ 10 ਸਾਲ ਛੋਟੇ ਲੱਗਦੇ ਹੋ ਆਪਣੀ ਉਮਰ ਤੋਂ। ਉਹ ਵੀ ਤੁਸੀਂ ਅੱਜ ਰਿਵੀਲ ਕਰੋ, ਉਹ ਵੀ ਦੱਸੋ ਵੀ ਅਜਿਹਾ ਤੁਸੀਂ ਕੀ ਜਿਹੜੀ ਗਿੱਦੜ ਸਿੰਘੀ ਹੈ ਤੁਸੀਂ ਆਪਣੇ ਕੋਲ ਰੱਖਦੇ ਹੋ। ਦੇਖੋ ਫਾਰੂਕੀ ਸਾਹਿਬ, ਸਾਰੀਆਂ ਗੱਲਾਂ ਔਨ ਕੈਮਰਾ ਕਰਨੀਆਂ ਜਿਹੜੀਆਂ ਨਾ ਪੋਸੀਬਲ ਨਹੀਂ ਹੁੰਦੀਆਂ, ਥੋੜ੍ਹੀਆਂ ਜਿਹੀਆਂ ਕੁਛ ਚੀਜ਼ਾਂ ਸੀਕਰੇਟ ਜਿਹੜੇ ਨੇ ਨਾ ਉਹ ਆਪਣੇ ਲਈ ਵੀ ਰੱਖਣੇ ਚਾਹੀਦੇ ਨੇ। ਪਰ ਤੁਸੀਂ ਇੰਨੇ ਮਾਣ ਨਾਲ, ਇੰਨੇ ਪਿਆਰ ਨਾਲ ਸਾਡੇ ਕੋਲ ਆਉਂਦੇ ਹੋ, ਤੇ ਕਹਿੰਦੇ ਵੀ ਮਤਲਬ ਬੰਦੇ ਦਾ ਮਨ ਜਾਂ ਨਹੀਂ ਮੰਨਦਾ, ਰੂਹ ਨਹੀਂ ਮੰਨਦੀ ਵੀ ਤੁਹਾਡੇ ਤੋਂ ਕੋਈ ਚੀਜ਼ ਲੁਕਾਈ ਜਾਏ, ਜਾਂ ਸਾਡੇ ਦੇਖਣ ਵਾਲਿਆਂ ਨੂੰ ਬਹੁਤ ਪਿਆਰ ਜਿੰਨਾ ਤੁਸੀਂ ਕਹਿ ਲਓ ਵੀ ਸੋਚਿਆ ਨਹੀਂ ਸੀ ਕਦੀ। ਤੁਹਾਡੇ ਚੈਨਲ 'ਤੇ ਆਉਣ ਤੋਂ ਪਹਿਲਾਂ ਜਦੋਂ ਮੈਨੂੰ ਕੋਈ ਨਹੀਂ ਸੀ ਜਾਣਦਾ ਪੰਜਾਬ ਦੇ ਵਿੱਚ, ਤੇ ਇੰਨਾ ਪਿਆਰ ਤੁਹਾਡੇ ਚੈਨਲ ਵਾਲਿਆਂ ਨੇ, ਸਾਡੇ ਦੇਖਣ ਵਾਲਿਆਂ ਨੇ, ਵੀਰਾਂ ਭਰਾਵਾਂ ਨੇ ਸਾਨੂੰ ਕੀਤਾ ਵੀ ਉਹਦਾ ਆਪਾਂ ਰਿਣ ਜਿਹੜਾ ਉਹ ਕਦੀ ਨਹੀਂ ਲਾ ਸਕਦੇ। ਸੋ ਤੁਹਾਡੇ ਤੋਂ ਕੋਈ ਸੀਕਰੇਟ ਰੱਖਣਾ ਜਿਹੜਾ ਮੇਰੇ ਲਈ ਪੋਸੀਬਲ ਨਹੀਂ ਹੈਗਾ। ਮੈਂ ਰੱਬ ਦੇ ਘਰ 'ਚ ਵੀ ਗੁਨਾਹਗਾਰ ਹੋਵਾਂਗਾ ਜੇ ਮੈਂ ਤੁਹਾਡੇ ਤੋਂ ਕੋਈ ਗੱਲ ਇੱਦਾਂ ਦੀ ਲੁਕਾਵਾਂਗਾ ਜਾਂ ਦੇਖਣ ਵਾਲਿਆਂ ਤੋਂ ਲੁਕਾਵਾਂਗਾ, ਜਿਹੜੇ ਮੈਨੂੰ ਇੰਨਾ ਅਥਾਹ ਪਿਆਰ ਕਰਦੇ ਨੇ। ਮੈਂ ਇੱਕ ਦਿਨ ਵਿਹਲਾ ਬੈਠਾ ਸੀ, ਮੈਂ ਕਮੈਂਟ ਪੜ੍ਹਦਾ ਪਿਆ ਸੀ ਸਾਰਿਆਂ ਦੇ। ਕਿਸੇ ਵੀ ਮੇਰੇ ਵੀਰ ਨੇ ਮੇਰੇ ਲਈ ਮੇਰੀ ਇੰਟਰਵਿਊ ਥੱਲੇ ਕੋਈ ਨੈਗੇਟਿਵ ਕਮੈਂਟ, ਕੋਈ ਗਾਲ, ਕੋਈ ਅਪਸ਼ਬਦ ਨਹੀਂ ਬੋਲਿਆ। ਬਹੁਤ ਵਧੀਆ ਕਮੈਂਟ ਕੀਤੇ, ਤੇ ਮੈਨੂੰ ਪੜ੍ਹ ਕੇ ਬੜੀ ਖੁਸ਼ੀ ਹੋਈ, ਪ੍ਰਸੰਨਤਾ ਹੋਈ ਵੀ ਮੇਰੇ ਦੇਖਣ ਵਾਲੇ ਮੈਨੂੰ ਇੰਨਾ ਪਿਆਰ ਕਰਦੇ ਨੇ, ਮੈਨੂੰ ਇੰਨਾ। ਤੇ ਮੈਂ ਇਹਨਾਂ ਦਾ ਹੱਥ ਜੋੜ ਕੇ ਤਹਿ ਦਿਲੋਂ ਪੂਰਾ ਸ਼ੁਕਰਗੁਜ਼ਾਰ ਹਾਂ ਵੀ ਮੈਨੂੰ ਇੰਨਾ ਪਿਆਰ ਕਰਨ ਲਈ। ਤੇ ਉਹ ਪਿਆਰ ਦਾ ਅੱਜ ਇੱਕ ਤਰ੍ਹਾਂ ਨਾਲ ਆਪਾਂ ਇਹ ਵਰਡ ਨਹੀਂ ਯੂਜ਼ ਕਰ ਸਕਦੇ ਵੀ ਉਹਦਾ ਰਿਟਰਨ ਕਰਨਾ, ਜਾਂ ਆਪਾਂ ਉਹਨੂੰ ਮੋੜਨਾ ਨਹੀਂ ਮੋੜ ਸਕਦੇ, ਆਪਾਂ ਉਹ ਚੀਜ਼ ਨਹੀਂ ਹੋ ਸਕਦੀ। ਇੱਕ ਸਿਰਫ ਮੇਰੇ ਵੱਲੋਂ ਛੋਟੀ ਜਿਹੀ ਭੇਟ ਹੈ, ਮੈਂ ਆਪਣੀ ਲਾਈਫ ਦੇ ਤੁਹਾਨੂੰ ਸੀਕਰੇਟ ਜਿਹੜੇ ਨੇ ਉਹ ਰਿਵੀਲ ਕਰ ਰਿਹਾ ਵਾਂ, ਦੱਸ ਰਿਹਾ ਵਾਂ ਕਿ ਕੀ ਚੀਜ਼ਾਂ ਨੇ ਜਿਹੜੇ ਤੁਹਾਡੇ ਕੋਲ ਠੱਗਾਂ ਵੈਦਾਂ ਦਾ ਜਿਹੜਾ ਇੱਕ ਟੋਲਾ ਬਣਿਆ ਨਾ, ਉਹਨਾਂ ਤੋਂ ਤੁਹਾਡਾ ਖਹਿੜਾ ਛੁੱਟ ਜਾਏਗਾ। ਉਹ ਮੇਰਾ ਜਿਹੜਾ ਇੱਥੇ ਆਉਣ ਦਾ, ਕੈਮਰੇ ਦੇ ਅੱਗੇ ਤੁਹਾਡੇ ਨਾਲ ਬਹਿ ਕੇ ਇੰਟਰਵਿਊ ਕਰਨ ਦਾ ਏਮ ਹੈਗਾ, ਮਕਸਦ ਹੈਗਾ, ਉਹ ਇਹ ਨਹੀਂ ਹੈਗਾ ਵੀ ਮੈਂ ਇੱਥੇ ਕੋਈ ਜੜੀ ਬੂਟੀਆਂ ਰੱਖ ਕੇ ਬੈਠਾ, ਜਾਂ ਮੈਂ ਤੁਹਾਨੂੰ ਕੋਈ ਦਵਾਈਆਂ ਦੱਸਦਾ ਪਿਆ, ਜਾਂ ਮੈਂ ਕੋਈ ਦਵਾਈਆਂ ਵੇਚਣ ਆਇਆ ਜਾਂ ਮਾਰਕੀਟਿੰਗ ਕਰਨ ਆਇਆ। ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਮੈਨੂੰ ਫ਼ੋਨ ਨਹੀਂ ਕਰਨਾ। ਮੈਂ ਆਪ ਕਹਿਣਾ ਪਿਆ ਵੀ ਮੈਨੂੰ ਫ਼ੋਨ ਨਹੀਂ ਕਰਨਾ। ਜੇ ਤੁਸੀਂ ਦਿੱਤੀ ਹੋਈ ਚੀਜ਼ ਦੇ ਨਾਲ ਨਾ ਠੀਕ ਹੋਵੋਗੇ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੋਏਗੀ, ਮੇਰੀ ਹੈਲਪ ਦੀ ਲੋੜ ਹੋਏਗੀ, ਜੀ ਸਦਕੇ ਮੈਨੂੰ ਫ਼ੋਨ ਕਰੋ। ਪਰ ਮੈਂ ਇਹ ਕਹਿੰਦਾ ਤੁਸੀਂ ਘਰ ਬੈਠੇ ਆਪ ਹੀ ਠੀਕ ਹੋ ਜਾਓ। ਆਪ ਮਤਲਬ ਕਿਵੇਂ ਠੀਕ ਹੋ ਸਕਦੇ ਨੇ ਜੀ? ਮੈਂ ਅੱਜ ਤੁਹਾਨੂੰ 5 ਇੱਦਾਂ ਦੇ ਫਰੂਟਾਂ ਦਾ ਦੱਸਾਂਗਾ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਯੂਜ਼ ਕਰਦਾ ਵਾਂ, ਜਿਹਦੇ ਕਰਕੇ ਮੇਰੀ એનર્ਜੀ ਲੈਵਲ ਇੰਨਾ ਜ਼ਿਆਦਾ ਹਾਈ ਰਹਿੰਦਾ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਤਾਕਤ ਦੇ ਵਿੱਚ। ਹਰ ਇੱਕ ਫੀਲਡ ਦੇ ਵਿੱਚ ਤੁਸੀਂ ਜੇ ਤੁਹਾਡੀ એનર્ਜੀ ਲੈਵਲ ਜੇ ਬੂਸਟ ਅਪ ਹੈਗੀ ਹੈ, ਤੁਸੀਂ ਕਿਸੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ, ਬੋਲ ਸਕਦੇ ਹੋ, ਤੁਹਾਡੇ ਅੰਦਰ ਉਹ ਤਾਕਤ, ਤੁਹਾਡੇ ਅੰਦਰ ਉਹ ਹਿੰਮਤ, ਜਿਹਦੇ ਨਾਲ ਤੁਸੀਂ ਆਪਣੇ ਮੂੰਹੋਂ ਕਹਿੰਦੇ ਪਏ ਹੋ ਵੀ ਤੁਹਾਡੀ ਉਮਰ 45 ਸਾਲ ਦੀ, ਤੁਸੀਂ 45 ਸਾਲ ਦੇ ਨਹੀਂ ਲੱਗਦੇ। ਇੱਦਾਂ ਹੀ ਮੈਂ ਚਾਹੁੰਦਾ ਮੇਰਾ ਹਰ ਇੱਕ ਵੀਰ ਭਰਾ ਪੰਜਾਬ ਦਾ ਜਿੰਨੇ ਵੀ ਹੈਗੇ ਨੇ,
ਉਹ ਇੰਨੇ ਸਮਾਰਟ ਹੋ ਜਾਣ, ਇੰਨੇ ਸਮਝਦਾਰ ਹੋ ਜਾਣ ਵੀ ਕਿਸੇ ਦੇ ਝਾਂਸੇ 'ਚ ਨਾ ਆਉਣ ਤੇ ਮਰਦਾਨਾ ਕਮਜ਼ੋਰੀ ਦੇ ਨਾਂ ਦੇ ਉੱਤੇ ਠੱਗੇ ਨਾ ਜਾਣ। ਜੀ ਅੱਛਾ, ਫਿਰ ਉਹ ਕਿਹੜੀਆਂ ਅਜਿਹੀਆਂ 5 ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ ਹੋਈਆਂ ਨੇ, ਅੱਜ ਤੁਸੀਂ ਉਹ ਵੀ ਖੁਲਾਸਾ ਕਰੋ ਤਾਂ ਕਿ ਜਿਹੜੇ ਅਖੌਤੀ ਵੈਦ, ਮੈਂ ਕਹਿਣਾ ਹੁੰਦਾ ਕਿ ਅਖੌਤੀ ਵੈਦਾਂ ਤੋਂ ਅਸੀਂ ਆਪਣੇ ਲੋਕਾਂ ਦਾ, ਪੰਜਾਬੀਆਂ ਦਾ, ਕਿਉਂਕਿ ਬਾਹਰ ਬੈਠੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਨਾ ਵੈਦ ਜੀ, ਉਹਨਾਂ ਦੀ ਜਿਹੜੀ ਕਮਾਈ ਹੈ ਬੜੀ ਗਾੜੀ ਕਮਾਈ ਹੈ, ਬੜੀ ਮਿਹਨਤ ਵਾਲੀ ਕਮਾਈ ਹੁੰਦੀ ਹੈ ਤੇ ਸਕਿੰਟਾਂ ਦੇ ਵਿੱਚ ਉਹ ਉਹਨਾਂ ਦੇ ਜੇਬੋਂ 'ਚੋਂ ਪੈਸੇ ਜਿਹੜੇ ਡਾਲਰ ਨੇ ਉਹ ਘੜਾ ਲੈਂਦੇ ਨੇ। ਤੁਸੀਂ ਦੱਸੋ ਉਹਨਾਂ ਨੂੰ ਵੈਦਾਂ ਹਕੀਮਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਅਰਲੀਅਰ ਸਟੇਜ ਦੇ ਵਿੱਚ। ਰੁਕੀ ਸਾਹਿਬ, ਤੁਸੀਂ ਇੱਕ ਕਹਾਵਤ ਸੁਣੀ ਬੜੀ ਵਧੀਆ, ਕਹਿੰਦੇ ਇੱਕ ਅਨਾਰ ਤੇ 100 ਬਿਮਾਰ। ਜੀ ਬਿਲਕੁਲ ਸੁਣੀਏ। ਉਹ ਅਨਾਰ ਤੋਂ ਹੀ ਸ਼ੁਰੂ ਕਰੀਏ ਫਿਰ ਆਪਾਂ। ਜੀ ਬਿਲਕੁਲ। ਜਿਹੜਾ ਅਨਾਰ ਹੈ ਨਾ, ਉਹ ਬੜਾ ਹੀ ਇੱਕ ਬਹੁਤ ਵਧੀਆ ਇੱਕ ਸਾਨੂੰ ਪ੍ਰਮਾਤਮਾ ਵੱਲੋਂ ਗਿਫਟ ਮਿਲਿਆ। ਜਿਹੜਾ ਅਨਾਰ ਇਹਦੇ ਅੰਦਰ ਇੰਨੀਆਂ ਕੁ ਵਧੀਆ ਵਧੀਆ ਪ੍ਰੋਪਰਟੀਜ਼ ਹੈਗੀਆਂ, ਇਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਦੇਸੀ ਵੈਗਰਾ। ਅੱਛਾ, ਦੇਸੀ ਵੈਗਰਾ ਕਿਉਂ ਕਹਿੰਦੇ ਆ? ਇਹ ਬਲੱਡ ਦੀਆਂ ਜਿਹੜੀਆਂ ਜੋ ਕੰਮ ਵੈਗਰਾ ਕਰਦੀ ਹੈ ਨਾ, ਬੇਸਿਕਲੀ ਉਹ ਬਲੱਡ ਦੇ ਵੈਸਲਸ ਜਿਹੜੇ ਹੁੰਦੇ ਨੇ ਉਹਨਾਂ ਦਾ ਮੂੰਹ ਬੰਦ ਹੁੰਦਾ ਮੋਰਿਓ, ਉਹਨਾਂ ਨੂੰ ਵੈਗਰਾ ਇੱਦਾਂ ਖੋਲ ਦਿੰਦੀ ਹੈ। ਉਹਦੇ ਵਿੱਚੋਂ ਬਲੱਡ ਦਾ ਜਦੋਂ ਫਲੋ ਇੱਕਦਮ ਆਉਂਦਾ ਨਾ, ਤੇ ਉਦੋਂ ਆਪਣਾ ਜਿਹੜਾ ਪੈਨਿਸ ਹੈ ਉਹਦੇ ਵਿੱਚ ਪੂਰੀ ਹਾਰਡਨੈਸ ਆਉਂਦੀ ਹੈ, ਪੂਰੀ ਤਾੜ ਆਉਂਦੀ ਹੈ। ਸੇਮ ਉਹੀ ਫੰਕਸ਼ਨ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਸੇਮ ਉਹੀ ਫੰਕਸ਼ਨ ਅਨਾਰ ਕਰਦਾ। ਪਰ ਜੇ ਉਹ ਅਨਾਰ ਦਾ ਇਕੱਲਾ ਜੂਸ ਬਣਾ ਕੇ ਨਾ ਪੀਤਾ ਜਾਏ, ਅਨਾਰ ਆਪਣੇ ਬੀਜਾਂ ਦੇ ਨਾਲ ਖਾਧਾ ਜਾਏ, ਪ੍ਰੋਪਰ ਤਰੀਕੇ ਨਾਲ ਖਾਧਾ ਜਾਏ, ਅਨਾਰ ਦੇ ਵਿੱਚ ਕੋਈ ਟੀਕੇ ਜਾਂ ਕੋਈ ਫਰਟੀਲਾਈਜ਼ਰ ਨਾ ਲੱਗੇ ਹੋਣ, ਜਿਹਨੂੰ ਆਪਾਂ ਕਹਿ ਦਿੰਦੇ ਆਰਗੈਨਿਕ ਯੈਸ, ਆਰਗੈਨਿਕ ਅਨਾਰ ਹੋਏ, ਪ੍ਰੋਪਰ ਵਧੀਆ ਤਰੀਕੇ ਨਾਲ ਉਹਨੂੰ ਗਰੋ ਕੀਤਾ ਜਾਏ, ਤੇ ਉਹ ਬਿਲਕੁਲ ਇੱਕ ਦੇਸੀ ਵੈਗਰਾ ਜਿੰਨਾ ਕੰਮ ਕਰਦਾ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਜੀ ਜੀ ਜੀ। ਅੱਛਾ, ਇਹ ਤਾਂ ਰਹੀ ਅਨਾਰ ਦੀ ਗੱਲ, ਤਾਂ ਇਹ ਕਹਿੰਦੇ ਨੇ ਕਿ ਇੱਕ ਅਨਾਰ ਤੇ 100 ਬਿਮਾਰ। ਹੋਰ ਅਨਾਰ ਦੀਆਂ ਕੀ ਖੂਬਸੂਰਤੀਆਂ ਨੇ? ਤੁਸੀਂ ਕਿਸ ਤਰੀਕੇ ਨਾਲ ਇਹਨੂੰ ਖਾਣ ਦਾ ਤਰੀਕਾ ਵੀ ਸਾਨੂੰ ਦੱਸ ਦਿਓ, ਕਿਵੇਂ ਖਾਣਾ ਹੈ? ਐਂਟੀ ਆਕਸੀਡੈਂਟ ਪ੍ਰੋਪਰਟੀਜ਼ ਹੁੰਦੀਆਂ ਇਹਦੇ ਵਿੱਚ, ਜਿਹੜੀ ਕਿ ਆਪਣੇ ਲੀਵਰ ਨੂੰ, ਕਿਡਨੀਆਂ ਨੂੰ, ਦਿਲ ਨੂੰ, ਜਿਗਰ ਨੂੰ, ਹਰ ਚੀਜ਼ ਨੂੰ ਇਹ ਸਟਰੈਂਥ ਅਪ ਕਰਦਾ, ਬੂਸਟ ਅਪ ਕਰਦਾ। ਆਪਣੇ ਅੰਦਰ ਕਦੀ ਬਲੱਡ ਦੀ ਕਮੀ ਨਹੀਂ ਆਉਣ ਦਿੰਦਾ। ਠੀਕ ਹੈ, ਕੋਈ ਵੀ ਆਪਣੇ ਜਿਹੜੀ ਬਿਮਾਰੀ ਹੈ ਉਹ ਆਪਾਂ ਨੂੰ ਲੱਗਣ ਨਹੀਂ ਦਿੰਦਾ, ਆਪਣੀ ਇਮਿਊਨ ਸਿਸਟਮ ਨੂੰ ਇੰਨਾ ਬੂਸਟ ਅਪ ਕਰਦਾ। ਇੰਨੇ ਫਾਇਦੇ ਹੈਗੇ ਨੇ, ਜੇ ਮੈਂ ਗਿਣਾਉਣ ਲੱਗ ਪਾਂ ਤਾਂ ਇਹ ਇੰਟਰਵਿਊ ਇੰਨੀ ਲੰਬੀ ਹੋ ਜਾਏਗੀ ਨਾ, ਵੀ ਇੰਨੇ ਜ਼ਿਆਦਾ ਉਹਦੇ ਫਾਇਦੇ ਨੇ ਜੀ। ਅੱਛਾ, ਤੇ ਫਿਰ ਕਈ ਲੋਕ ਨੇ ਜਿਹੜੇ ਜੂਸ ਦਾ ਇਸਤੇਮਾਲ ਵੀ ਕਰਦੇ ਨੇ, ਅਨਾਰ ਦਾ ਜੂਸ ਦਾ ਇਸਤੇਮਾਲ ਵੀ ਉਹੀ ਕੰਮ ਕਰਦਾ ਜਾਂ ਨਹੀਂ ਕਰਦਾ ਜੀ? ਦੇਖੋ, ਜੂਸ ਦਾ ਇਸਤੇਮਾਲ ਕਿਸੇ ਹੱਦ ਤੱਕ, ਕਿਸੇ ਦੀ ਮਜਬੂਰੀ ਹੋਏ ਵੀ ਕਿਸੇ ਦੇ ਮੂੰਹ 'ਚ ਦੰਦ ਨਹੀਂ ਹੈਗੇ ਜਾਂ ਜਿਹੜਾ ਬੰਦਾ ਨਹੀਂ ਖਾ ਸਕਦਾ, ਆਪਾਂ ਉਹਨੂੰ ਕਰ ਸਕਦੇ ਹਾਂ ਵੀ ਹਾਂ। ਪਰ ਜੋ ਐਕਚੁਅਲ ਦੇ ਵਿੱਚ ਜਿਹੜਾ ਫਰੂਟ ਹੈ, ਫਰੂਟ ਦਾ ਮਤਲਬ ਪੂਰਾ ਹੁੰਦਾ, ਉਹ ਪੂਰਾ ਜੇ ਆਪਾਂ ਖਾਵਾਂਗੇ ਤਾਂ ਪੂਰਾ ਉਹਦਾ ਫਿਰ ਆਪਾਂ ਨੂੰ ਲਾਹਾ ਮਿਲੇਗਾ, ਪੂਰੀ ਆਪਾਂ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲੇਗਾ। ਜੇ ਆਪਾਂ ਉਹਨੂੰ ਅੱਧਾ ਖਾਵਾਂਗੇ ਤਾਂ ਫਿਰ ਅੱਧਾ ਬੈਨੀਫਿਟ ਮਿਲੇਗਾ। ਜੀ ਜੀ ਹਾਂ। ਤੇ ਫਿਰ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਜ਼ਿੰਦਗੀ ਦਾ ਤੁਸੀਂ ਹਿੱਸਾ ਬਣਾਇਆ ਹੋਇਆ? ਰੁਕੀ ਸਾਹਿਬ, ਤੁਹਾਨੂੰ ਯਾਦ ਹੈ ਤੁਸੀਂ ਪਿੱਛੇ ਜੇ ਥੋੜ੍ਹੇ ਦਿਨ ਪਹਿਲਾਂ ਦੁਬਈ ਹੋ ਕੇ ਆਏ ਹੋ? ਜੀ ਜੀ। ਦੁਬਈ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਖਾਧੀ ਜਾਂਦੀ ਹੈ ਉਹ ਤੁਸੀਂ ਦੱਸੋ ਕੀ ਹੈ? ਜੀ ਬਿਲਕੁਲ, ਉੱਥੇ ਸਭ ਤੋਂ ਜ਼ਿਆਦਾ ਖਾਣ ਵਾਲਾ ਫਲ ਜਿਹੜਾ ਉਹ ਖੰਜੂਰ ਹੈ ਜੀ, ਡੇਟ। ਜਿਹੜੀ ਡੇਟ ਹੈ ਨਾ, ਇਹ ਮਤਲਬ ਜਿਹੜੇ ਦੁਬਈ ਦੇ ਲੋਕ ਨੇ, ਤੁਸੀਂ ਦੇਖਿਆ ਸ਼ੇਖ ਸਾਡੇ ਭਰਾ ਕਿੰਨੇ ਫਿੱਟ ਨੇ, ਇੱਕ ਇੱਕ ਸ਼ੇਖ ਨੇ 2-2 3-3 4-4 ਜਨਾਨੀਆਂ ਰੱਖੀਆਂ ਹੁੰਦੀਆਂ, ਕਿਸੇ ਗੱਲ ਨੂੰ ਰੱਖੀਆਂ ਹੁੰਦੀਆਂ। ਤੇ ਉਹ ਤਾਂ ਹੀ ਹੈ ਵੀ ਜਿਹੜੀ ਖਜੂਰ ਹੈ ਨਾ, ਉਹ ਆਪਾਂ ਉਹਨੂੰ ਕੰਪਲੀਟ ਕਹਿ ਸਕਦੇ ਹਾਂ, ਕੰਪਲੀਟ ਫੂਡ ਹੈ ਉਹ। ਉਹਦੇ ਵਿੱਚ ਇੰਨੀਆਂ ਜ਼ਿਆਦਾ ਪ੍ਰੋਪਰਟੀਜ਼ ਨੇ, ਇੰਨੀਆਂ ਜ਼ਿਆਦਾ ਪ੍ਰੋਪਰਟੀਜ਼ ਨੇ, ਉਹ ਬੰਦੇ ਨੂੰ ਕਦੀ ਬੁੱਢਾ ਨਹੀਂ ਹੋਣ ਦਿੰਦੀ। ਐਂਟੀ ਆਕਸੀਡੈਂਟ ਪ੍ਰੋਪਰਟੀਜ਼ ਹੁੰਦੀਆਂ ਉਹਦੇ ਅੰਦਰ। ਉਹਦੇ ਅੰਦਰ ਬਲੱਡ ਦਾ ਜਿਹੜਾ ਫਲੋ ਹੈ ਪ੍ਰੋਪਰ ਬਣਦਾ ਬੰਦੇ ਦੇ ਅੰਦਰ, ਪਲੱਸ ਉਹਦੇ ਜਿਹੜਾ ਵੀਰਜ ਹੁੰਦਾ, ਸਪਰਮ ਹੁੰਦਾ, ਉਹ ਇੰਨਾ ਕੁ ਜ਼ਿਆਦਾ ਥਿਕ ਹੋ ਜਾਂਦਾ, ਇੰਨਾ ਕੁ ਜ਼ਿਆਦਾ ਸੰਘਣਾ ਹੋ ਜਾਂਦਾ, ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ। ਜਿੰਨਾ ਤੁਸੀਂ ਕਿਸੇ ਵੈਦ ਕੋਲੋਂ, ਹਕੀਮ ਕੋਲੋਂ 2 ਸਾਲ ਵੀ ਦਵਾਈ ਖਾ ਲਓ, 2 ਸਾਲਾਂ ਦੇ ਵਿੱਚ ਨਹੀਂ ਉਨਾ ਵਧੀਆ ਹੋਣਾ ਜਿੰਨਾ ਵਧੀਆ ਖਜੂਰ ਨੇ ਕਰ ਦੇਣਾ। ਅੱਛਾ, ਫਿਰ ਖਜੂਰ ਦਾ ਇਸਤੇਮਾਲ, ਲੋਕ ਕਹਿੰਦੇ ਨੇ ਵੀ ਗਰਮ ਬਹੁਤ ਹੁੰਦੀ ਹੈ ਖਜੂਰ, ਉਹਦਾ ਇਸਤੇਮਾਲ ਤੁਸੀਂ ਕਿਵੇਂ ਕਰਦੇ ਹੋ? ਦੇਖੋ, ਖਜੂਰ ਦਾ ਇਸਤੇਮਾਲ ਕਰਨਾ ਨਾ, ਇਹ ਹੁੰਦਾ ਕੋਈ ਵੀ ਚੀਜ਼ ਉਹਨੂੰ ਆਪਾਂ ਜਿੱਦਾਂ ਕਹਿ ਲਓ ਵੀ ਸਾਗ ਨੂੰ ਨਹੀਂ ਖਾਣਾ, ਵੀ ਉਹਨੂੰ ਖਾਈ ਜਾਣਾ, ਉਹਨੂੰ ਆਫ ਔਨ 'ਤੇ ਖਾਣਾ ਹੁੰਦਾ। ਇਹ ਚੀਜ਼ ਦਾ ਵੀ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੇਰੇ ਇੱਥੇ ਜਰਨਲ ਆਪਣੇ ਉੱਤੇ ਜੋ ਮੈਂ ਟੈਸਟ ਕਰਦਾ ਚੀਜ਼ਾਂ, ਮੈਂ ਉਹ ਦੱਸ ਰਿਹਾ ਵਾਂ। ਮੈਂ ਤੁਹਾਨੂੰ ਇਹ ਪ੍ਰੇਰਨਾ ਨਹੀਂ ਦੇ ਰਿਹਾ ਵੀ ਤੁਸੀਂ ਸਾਰੇ, ਜੇ ਕਿਸੇ ਦੇ ਅੰਦਰ ਪਹਿਲਾਂ ਹੀ ਗਰਮੀ ਪਈ ਹੋਈ ਤੇ ਉਹ ਚੁੱਕ ਕੇ ਖਜੂਰਾਂ ਖਾਣੀਆਂ ਸ਼ੁਰੂ ਕਰ ਦੇ ਮੇਰੇ ਕਹਿਣ 'ਤੇ। ਮੈਂ ਇੱਦਾਂ ਬਿਲਕੁਲ ਨਹੀਂ ਕਹਿ ਰਿਹਾ। ਤੁਸੀਂ ਆਪ ਦੀ ਤਸੀਰ ਬਾਰੇ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰਕੇ ਫਿਰ ਹੀ ਇਹ ਚੀਜ਼ਾਂ ਨੂੰ ਖਾਣਾ ਤੁਸੀਂ। ਸੋ ਅਸੀਂ ਵੀ ਅਸੀਂ ਦੱਸ ਦਈਏ ਕਿ ਜਿਹੜੀ ਅਸੀਂ ਇਹ ਇੰਟਰਵਿਊ ਕਰ ਰਹੇ ਹਾਂ, ਇਹਨਾਂ ਦਾ ਤਜਰਬਾ ਲੈ ਰਹੇ ਹਾਂ, ਇਹਦਾ ਮਕਸਦ ਕੋਈ ਇਲਾਜ ਨਹੀਂ ਹੈ। ਇਹਦਾ ਮਕਸਦ ਸਿਰਫ ਐਜੂਕੇਸ਼ਨਲ ਪਰਪਸ ਨਾਲ ਅਸੀਂ ਜਿਹੜੀ ਇਹ ਵੀਡੀਓ ਹੈ, ਇਹਨਾਂ ਦਾ ਤਜਰਬਾ ਹੈ, ਉਹ ਸਾਂਝਾ ਕਰਨ ਲੱਗੇ ਹਾਂ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਨੁਸਖਾ ਆਪਣੇ ਦੇ ਉੱਤੇ ਅਜ਼ਮਾਉਣਾ ਹੈ ਤਾਂ ਉਹਦੇ ਵਾਸਤੇ ਪ੍ਰੋਪਰ ਜਿਹੜਾ ਇੱਕ ਵੈਦ, ਹਕੀਮ, ਡਾਕਟਰ ਕੋਲੋਂ ਸਲਾਹ ਲੈਣੀ ਜ਼ਰੂਰੀ ਹੈ ਜੀ।
ਦੇਖੋ ਜੀ, ਨੁਸਖਾ ਕੋਈ ਵੀ ਹੈ ਨਾ ਤੁਹਾਡੇ ਉੱਤੇ, ਉਹ ਕੰਮ ਕਰੇਗਾ, ਜ਼ਰੂਰ ਕਰੇਗਾ, ਇਹ ਵੀ ਕਰੇਗਾ, ਬਟ ਉਹਦੇ ਲਈ ਇੱਕ ਐਕਸਪਰਟ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਜਿੱਦਾਂ ਤੁਸੀਂ ਸਮਝ ਲਓ ਵੀ ਮੈਨੂੰ ਆਪਣਾ ਘਰ ਦਾ ਫੈਮਿਲੀ ਮੈਂਬਰ ਸਮਝ ਕੇ, ਜਦੋਂ ਜਿਨ੍ਹਾਂ ਤੋਂ ਮੈਂ ਵੱਡਾ ਵਾਂ ਉਹਨਾਂ ਨੂੰ ਮੈਨੂੰ ਆਪਣਾ ਵੱਡਾ ਭਾਈ ਸਮਝ ਕੇ, ਜਿਨ੍ਹਾਂ ਤੋਂ ਮੈਂ ਛੋਟਾ ਵਾਂ ਉਹਨੂੰ ਛੋਟਾ ਭਾਈ ਸਮਝ ਕੇ, ਇੱਕ ਵਾਰੀ ਮੇਰੇ ਵੀਰ ਜ਼ਰੂਰ ਸਲਾਹ ਕਰਕੇ, ਆਪਣੀਆਂ ਰਿਪੋਰਟਾਂ ਕਰਾ ਕੇ, ਫਿਰ ਮੇਰੇ ਨਾਲ ਸਲਾਹ ਕਰਕੇ ਜਿਹੜਾ ਵੀ ਨੁਸਖਾ ਟਰਾਈ ਕਰਨਾ ਚਾਹੁੰਦੇ, ਚਾਹੇ ਉਹ ਮੇਰਾ ਹੋਏ ਚਾਹੇ ਕਿਸੇ ਹੋਰ ਵੈਦ ਮੇਰੇ ਭਰਾ ਦਾ ਹੋਏ, ਬੜੇ ਬੜੇ ਇੰਟੈਲੀਜੈਂਟ ਵੈਦ ਬੈਠੇ ਨੇ, ਚੰਗੇ ਲੋਕ ਵੀ ਬੈਠੇ ਨੇ। ਆਪਾਂ ਹਰ ਕਿਸੇ ਨੂੰ ਇੱਥੇ ਬੈਠੇ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਜਾਂ ਮੈਂ ਇਹ ਨਹੀਂ ਕਲੇਮ ਕਰਦਾ ਵੀ ਮੈਂ ਦੁਨੀਆ 'ਚ ਸਭ ਤੋਂ ਗਿਆਨੀ ਹਾਂ ਜਾਂ ਮੈਂ ਸਭ ਤੋਂ ਜ਼ਿਆਦਾ ਸਿਆਣਾ ਵਾਂ, ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅਤੇ ਆਪਾਂ ਹੁਣ ਖਜੂਰਾਂ ਦੀ ਗੱਲ ਤੋਂ ਅੱਗੇ ਵਧੀਏ ਥੋੜ੍ਹਾ ਜਿਹਾ। ਇਹਦੇ 'ਚ ਇੱਕ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ, ਜਿਹੜੀ ਸੁਣਨ ਵਾਲਿਆਂ ਨੂੰ ਵੀ ਬੜੀ ਅੱਛੀ ਲੱਗੇਗੀ, ਕਿ ਸਭ ਤੋਂ ਵਧੀਆ ਚੀਜ਼ ਹੈਗੀ ਹੈ ਚੋਕਲੇਟ। ਚੋਕਲੇਟ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ, ਅਕਸਰ ਵੱਡਿਆਂ ਨੂੰ ਵੀ ਕਈਆਂ ਨੂੰ ਪਸੰਦ ਹੁੰਦੀ ਹੈ, ਪਰ ਮੈਂ ਉਹ ਚੋਕਲੇਟ ਬਾਰੇ ਗੱਲ ਨਹੀਂ ਕਰ ਰਿਹਾ ਜਿਹੜੀ ਚੋਕਲੇਟ ਆਮ ਤੌਰ 'ਤੇ ਬਾਜ਼ਾਰਾਂ 'ਚ ਮਿਲਦੀ ਹੈ, ਜਿਹੜੀ ਬਹੁਤ ਮਿੱਠੀ ਹੁੰਦੀ ਹੈ। ਮੈਂ ਮਿੱਠੀ ਚੋਕਲੇਟ ਦੀ ਗੱਲ ਨਹੀਂ ਕਰ ਰਿਹਾ। ਮੈਂ ਇੱਥੇ ਥੋੜ੍ਹੀ ਕੌੜੀ ਚੋਕਲੇਟ ਹੁੰਦੀ ਜਿਹਨੂੰ ਆਪਾਂ ਡਾਰਕ ਚੋਕਲੇਟ ਕਹਿੰਦੇ ਹਾਂ, ਬੜੀ ਕੜਵੀ ਹੁੰਦੀ ਹੈ ਜ਼ੁਬਾਨ 'ਤੇ, ਉਹ ਤਾਂ ਐਵੇਂ ਹੁੰਦਾ ਜਿਵੇਂ ਕੋਈ ਦਵਾਈ ਖਾ ਲਈ ਹੋਈ ਹੈ ਜੀ। ਹਾਂ, ਦੇਖੋ ਇੱਦਾਂ ਹੁੰਦਾ, ਜਿਹੜੀ ਵੀ ਚੀਜ਼ ਜ਼ੁਬਾਨ ਨੂੰ ਚੰਗੀ ਲੱਗੇ, ਉਹ ਹਮੇਸ਼ਾ ਇਹ ਜ਼ਰੂਰੀ ਨਹੀਂ ਵੀ ਉਹਦੀਆਂ ਪ੍ਰੋਪਰਟੀਜ਼ ਵੀ ਚੰਗੀਆਂ ਹੋਣਗੀਆਂ, ਜਾਂ ਉਹਨੂੰ ਖਾ ਕੇ ਆਪਾਂ ਨੂੰ ਉਹਦਾ ਕੋਈ ਰਿਜ਼ਲਟ ਵੀ ਚੰਗਾ ਮਿਲੇਗਾ। ਠੀਕ ਹੈ, ਜਿਹੜਾ ਜੀਭ ਦਾ ਸਵਾਦ ਹੈ ਨਾ, ਉਹ ਇੱਕ ਅੱਡ ਚੀਜ਼ ਹੈ, ਅਤੇ ਜੇ ਆਪਾਂ ਉਸ ਚੀਜ਼ ਤੋਂ ਬੈਨੀਫਿਟ ਲੈਣਾ, ਉਹ ਇੱਕ ਅੱਡ ਚੀਜ਼ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਡਾਰਕ ਚਾਕਲੇਟ ਦੀ ਤੁਸੀਂ ਗੱਲ ਕਰ ਰਹੇ ਹੋ। ਡਾਰਕ ਚਾਕਲੇਟ ਦੇ ਵਿੱਚ ਅਜਿਹਾ ਕੀ ਹੁੰਦਾ ਜੀ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਰ ਵੇਲੇ ਮੁੱਛ ਖੜੀ ਰਹੇਗੀ ਤੁਹਾਡੀ? ਦੇਖੋ ਜੀ, ਉਹਦੇ ਵਿੱਚ ਪੈਨੀਫਲੋਇਲ ਐਸਿਡ ਹੁੰਦਾ ਇੱਕ। ਉਹਦਾ ਕੀ ਫੰਕਸ਼ਨ ਹੁੰਦਾ, ਉਹ ਬ੍ਰੇਨ ਦੇ ਵਿੱਚ ਜਾ ਕੇ ਹੈਪੀ ਹਾਰਮੋਨਸ ਬਣਾਉਂਦੀ ਹੈ, ਜਿਹਨੂੰ ਆਪਾਂ ਕਹਿੰਦੇ ਉਤੇਜਨਾ ਆਉਣਾ, ਸੈਕਸ ਦੀ ਡਿਜ਼ਾਇਰ ਹੋਣਾ, ਦਿਲ ਕਰਨਾ, ਕਿਸੇ ਵੱਲ ਦੇਖ ਕੇ ਆਪਾਂ ਐਕਸਾਈਟ ਹੁੰਦੇ ਹਾਂ, ਆਪਣੇ ਪਾਰਟਨਰ ਵੱਲ ਦੇਖ ਕੇ ਖੁਸ਼ ਹੋਣਾ। ਉਹਨੇ ਕੀ ਕਰਨਾ, ਉਹਨੇ ਤੁਹਾਨੂੰ ਹੈਪੀ ਕਰਨਾ, ਖੁਸ਼ ਕਰਨਾ। ਹੁਣ ਤੁਸੀਂ ਫਰਿੱਜਾਂ 'ਚ ਚਾਕਲੇਟ ਰਖਾਓਗੇ? ਦੇਖੋ, ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਕਰਦਾ ਵਾਂ, ਮੈਂ ਤਾਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਰਿਹਾ ਵਾਂ। ਗਾਂ ਤੁਸੀਂ ਉਹਨੂੰ ਮੰਨਣਾ ਚਾਹੇ ਉਹਨੂੰ ਕ੍ਰਿਟੀਸਾਈਜ਼ ਕਰਨਾ, ਉਹ ਮੈਂ ਤੁਹਾਡੇ 'ਤੇ ਛੱਡਿਆ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵਾਂ ਵੀ ਆਪਣੇ ਆਪ ਨਾਲੋਂ ਜਿਹੜੇ ਦੇਖਣ ਵਾਲੇ ਨੇ ਸਾਡੇ, ਉਹ ਜ਼ਿਆਦਾ ਸਿਆਣੇ ਨੇ। ਜਿਹੜੀ ਮੈਂ ਗੱਲ ਕਹਿ ਰਿਹਾ ਵਾਂ, ਤੁਸੀਂ ਉਹਨੂੰ ਨੈੱਟ 'ਤੇ ਪਾ ਕੇ, ਗੂਗਲ 'ਤੇ ਪਾ ਕੇ ਕ੍ਰੋਸ ਚੈੱਕ ਵੀ ਕਰ ਸਕਦੇ ਹੋ, ਕਿਉਂਕਿ ਮੈਂ ਵੀ ਜੋ ਵੀ ਆਪਣੇ ਆਪ 'ਤੇ ਕਰਦਾ ਵਾਂ, ਮੈਂ ਵੀ ਉਹਨੂੰ ਉਸ ਚੀਜ਼ ਨੂੰ ਪਹਿਲਾਂ ਸਮਝਿਆ, ਫਿਰ ਮੈਨੂੰ ਲੱਗਿਆ ਵੀ ਹਾਂ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਚਾਕਲੇਟ ਹੈ, ਜਦੋਂ ਚਾਕਲੇਟ ਅਸੀਂ ਖਾਂਦੇ ਹਾਂ ਤਾਂ ਚਾਕਲੇਟ ਹੈ ਜਿਹੜਾ ਉਹ ਹੈਪੀ ਹਾਰਮੋਨਸ ਜਿਹੜਾ ਦਿਮਾਗ ਦੇ ਵਿੱਚ ਪੈਦਾ ਕਰਦਾ ਹੈ। ਦਿਮਾਗ ਨੂੰ ਕਹਿੰਦਾ ਵੀ ਲਓ ਜੀ ਫਟਾਫਟ ਤਿਆਰ ਹੋ ਜਾਓ, ਹੈਪੀ ਹਾਰਮੋਨਸ ਪੈਦਾ ਕਰੋ, ਅਤੇ ਉਸ ਤੋਂ ਬਾਅਦ ਤੁਹਾਨੂੰ ਦੁਨੀਆ ਚੰਗੀ ਲੱਗਣੀ ਸ਼ੁਰੂ ਹੋ ਜਾਏਗੀ। ਬਿਲਕੁਲ ਜੀ, ਬਿਲਕੁਲ। ਦੇਖੋ, ਇੱਕ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੇ ਕੇ ਸਮਝਾਉਂਦਾ ਵਾਂ। ਤੁਹਾਡੇ ਕੋਲ ਸਭ ਕੁਝ ਹੈਗਾ, ਪਰਮਾਤਮਾ ਨੇ ਦਿੱਤੇ ਸਾਰੇ ਰਿਸੋਰਸ ਹੈਗੇ ਨੇ, ਤੁਸੀਂ ਖਿਜੇ ਹੋਏ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਦੇ ਵਿੱਚ, ਆਪਣੇ ਸਟ੍ਰੈਸ ਲੈਵਲ ਤੁਹਾਡਾ ਪੂਰਾ ਹਾਈ 'ਤੇ ਚਲਾ ਗਿਆ ਵੀ ਤੁਸੀਂ ਕਹੋ। ਹੁਣ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਜਦੋਂ ਘਰ ਜਾਓਗੇ, ਤੁਹਾਡੀ ਵਾਈਫ ਤੁਹਾਨੂੰ ਮਿਲੇਗੀ, ਤੁਸੀਂ ਤਾਂ ਪਹਿਲੇ ਸਟ੍ਰੈਸਫੁੱਲ ਹੋ, ਤੁਸੀਂ ਕੀ ਫਿਰ ਜਾਂਦੇ ਰਸਤੇ 'ਚ ਗੱਡੀ 'ਚ ਜਾਂਦੇ ਬਲੈਕ ਚਾਕਲੇਟ ਖਾਂਦੇ ਜਾਓ। ਅੱਛਾ, ਘਰ ਜਾਂਦੇ ਤੱਕ ਤੁਹਾਡੀ ਸਟ੍ਰੈਸ ਲੈਵਲ 0। ਤੁਸੀਂ ਖੁਸ਼ ਹੋ ਕੇ ਘਰ ਜਾਓਗੇ, ਤੁਹਾਡਾ ਪਾਰਟਨਰ ਵੀ ਤੁਹਾਨੂੰ ਖੁਸ਼ ਹੋ ਕੇ ਮਿਲੇਗਾ, ਤੁਸੀਂ ਚੰਗੀਆਂ ਉਹਨਾਂ ਨਾਲ ਗੱਲਾਂ ਕਰੋਗੇ, ਆਪਣੇ ਆਪ ਰੋਮਾਂਟਿਕ ਮੂਡ ਬਣ ਜਾਏਗਾ, ਸਭ ਕੁਝ ਵਧੀਆ ਹੋ ਜਾਏਗਾ। ਹੋਰ ਕੀ ਚਾਹੀਦਾ ਦੱਸੋ? ਇੱਕ ਛੋਟੀ ਜਿਹੀ ਚੀਜ਼ ਹੈ ਚਾਕਲੇਟ, 50-100 ਰੁਪਏ ਦੀ, ਕੋਈ ਵੈਦ ਕੋ ਨਹੀਂ ਜਾਣਾ, ਕੋਈ ਦਵਾਈ ਨਹੀਂ ਲੈਣੀ, ਕੋਈ ਕਿਡਨੀਆਂ ਦਾ ਨੁਕਸਾਨ ਨਹੀਂ, ਕੋਈ ਲੀਵਰ ਦਾ ਨੁਕਸਾਨ ਨਹੀਂ, ਨੈਚੁਰਲ ਚੀਜ਼ਾਂ ਦੱਸ ਰਿਹਾ ਹਾਂ, ਕੋਈ ਨੁਕਸਾਨ ਨਹੀਂ ਜਿਨ੍ਹਾਂ ਦਾ। ਜੀ। ਅੱਛਾ, ਫਿਰ ਇੱਕ ਹੋਰ ਅਹਿਮ ਸਵਾਲ, ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕੱਦੂ ਦੇ ਬੀਜ ਵੀ ਜਿਹੜੇ ਇਸਤੇਮਾਲ ਦੇ ਵਿੱਚ ਲੈ ਕੇ ਆਉਣੇ ਹੋ, ਤੁਸੀਂ ਇੱਥੇ ਵੀ ਰੱਖੇ ਹੋਏ ਸੀ, ਮੈਨੂੰ ਵੀ ਤੁਸੀਂ ਟੇਸਟ ਕਰਾਏ ਨੇ ਕੱਦੂ ਦੇ ਬੀਜ ਨੇ ਜਿਹੜੇ। ਇਹ ਕੱਦੂ ਦੇ ਬੀਜ ਤੁਸੀਂ ਅੱਧਾ ਚਮਚਾ ਹਮੇਸ਼ਾ ਕਿਸ ਵੇਲੇ ਖਾਣੇ ਨੇ? ਦੇਖੋ ਜੀ, ਇਹ ਤੁਹਾਡੇ ਉਦੋਂ ਖਾਣੇ ਨੇ ਜਦੋਂ ਤੁਹਾਡਾ ਸਨੈਕ ਟਾਈਮ ਨਹੀਂ ਹੁੰਦਾ। ਸਨੈਕ ਟਾਈਮ ਕੀ ਹੁੰਦਾ? ਲੰਚ ਅਤੇ ਡਿਨਰ ਦੇ ਵਿੱਚ, ਜਿਹਨੂੰ ਕਹਿੰਦੇ ਵੀ ਮਿੱਠੀ ਭੁੱਖ ਲੱਗੀ ਮੈਨੂੰ ਅੱਜ। ਮਿੱਠੀ ਭੁੱਖ ਕੀ ਹੁੰਦੀ ਹੈ? ਉਦੋਂ ਤੁਸੀਂ, ਕੋਈ ਮੇਰਾ ਵੀਰ ਭਰਾ ਪੀਜ਼ਾ ਲੈ ਕੇ ਆਉਂਦਾ, ਕੋਈ 버ਗਰ ਲੈ ਕੇ ਆਉਂਦਾ, ਕੋਈ ਫਰੈਂਚ ਫਰਾਈ ਖਾਂਦਾ। ਦੇਖੋ, ਇਹ ਸਾਰੀਆਂ ਚੀਜ਼ਾਂ ਆਪਣੀ ਬੋਡੀ ਨੂੰ ਨੁਕਸਾਨ ਕਰਦੀਆਂ। ਕੱਦੂ ਦੇ ਬੀਜ ਦਾ ਕੀ ਫਾਇਦਾ? ਹੁਣ ਕੱਦੂ ਦੇ ਬੀਜ ਤੁਸੀਂ ਇੱਕ ਵਾਰੀ ਮੇਰੇ ਕਹਿਣ 'ਤੇ ਨੈੱਟ 'ਤੇ ਪਾ ਕੇ ਵੀ ਦੇਖਿਓ, ਬੜੇ ਸਿਆਣੇ ਨੇ ਲੋਕ ਅੱਜ ਕੱਲ੍ਹ, ਬਹੁਤ ਇੰਟੈਲੀਜੈਂਟ ਨੇ, ਹਰ ਚੀਜ਼ ਨੂੰ ਨੈੱਟ 'ਤੇ ਪਾ ਕੇ ਕ੍ਰੋਸ ਚੈੱਕ ਕਰਦੇ ਨੇ। ਕੱਦੂ ਦੇ ਬੀਜ ਦਾ ਕੀ ਕੰਮ ਹੁੰਦਾ? ਕੱਦੂ ਦੇ ਬੀਜ ਤੁਹਾਨੂੰ ਹਾਰਟ ਅਟੈਕ ਨਹੀਂ ਹੋਣ ਦਿੰਦੇ, ਕਾਰਡੀਓ ਅਰੈਸਟ ਨਹੀਂ ਹੋਣ ਦਿੰਦੇ, ਤੁਹਾਨੂੰ ਬੂਸਟ ਅਪ ਕਰਦੇ ਨੇ। ਤੁਹਾਡਾ ਟੈਸਟੋਸਟਰੋਨ ਲੈਵਲ, ਜਿਹੜਾ ਹਾਰਮੋਨ ਸਭ ਤੋਂ ਜ਼ਰੂਰੀ, ਟੈਸਟੋਸਟਰੋਨ ਜਿਹੜਾ ਸੈਕਸ ਦੀ ਜਿਹੜੀ ਇੱਛਾ ਉਹਨੂੰ
ਪ੍ਰਗਟ ਕਰਦਾ, ਜਿਹਦੇ ਨਾਲ ਤੁਹਾਡੀ ਬੋਡੀ ਦੇ ਮਸਲ ਬਣਦੇ ਨੇ। ਹਰ ਚੀਜ਼ ਜਿਹੜੀ ਹੈ ਤੁਹਾਡੀ ਟੈਸਟੋਸਟੇਰੋਨ ਲੈਵਲ ਦੇ ਉੱਤੇ ਡਿਪੈਂਡ ਕਰਦੀ ਹੈ। ਉਹ ਹੁਣ ਚੀਜ਼ ਹੈ ਜਿਹੜੀ ਉਹ ਤੁਸੀਂ ਮਹਿੰਗੀ ਤੋਂ ਮਹਿੰਗੀ ਬਾਜ਼ਾਰ 'ਚ ਦਵਾਈ ਲੈ ਲਓ, ਉਹਦੇ ਉੱਤੇ ਲਿਖਿਆ ਹੋਏਗਾ ਵੀ ਟੈਸਟੋਸਟੇਰੋਨ ਬੂਸਟਰ। ਇਹ ਤੁਹਾਡੇ ਕੋਲ ਨੈਚੁਰਲ ਟੈਸਟੋਸਟੇਰੋਨ ਹੈ। ਤੁਸੀਂ ਕੱਦੂ ਦੇ ਬੀਜ ਲਓ, ਉਹਨਾਂ ਨੂੰ ਆਪਣੇ ਹਿਸਾਬ ਨਾਲ ਬਣਾ ਲਓ, ਉਹਨਾਂ ਨੂੰ ਰੋਸਟ ਕਰ ਲਓ, ਉਹਨਾਂ ਨੂੰ ਜਿੱਦਾਂ ਮਰਜ਼ੀ ਕਰ ਲਓ, ਪਰ ਬਾਜ਼ਾਰੋਂ ਬਣੇ ਬਣਾਏ ਜਿਹੜੇ ਰੋਸਟਡ ਕੀਤੇ ਹੋਏ ਉਹ ਨਹੀਂ ਲੈਣੇ। ਆਪ ਆਪਣੀ ਹੱਥੀਂ ਜੋ ਕੀਤਾ ਕੰਮ ਉਹਦੇ 'ਤੇ ਯਕੀਨ ਕਰਨਾ, ਕਿਉਂਕਿ ਬੜੇ ਆਰਟੀਫਿਸ਼ੀਅਲ ਫਲੇਵਰ ਹੁੰਦੇ ਨੇ, ਉਹ ਇੰਨਾ ਕੁਛ ਕਰ ਦਿੰਦੇ ਨੇ, ਪ੍ਰੀਜ਼ਰਵੇਟਿਵ ਬੜੇ ਅੱਜ ਕੱਲ੍ਹ ਚੱਲ ਉਹਦੇ ਵਿੱਚ ਪਾ ਦਿੰਦੇ ਨੇ। ਜਿਹੜੀ ਉਹਦੀ ਰੀਅਲ ਵੈਲਿਊ ਹੈ, ਜਿਹੜੀ ਅਸਲੀ ਉਹਦੀ ਜੋ ਉਹਦੀ ਪ੍ਰੋਪਰਟੀ ਹੈ, ਉਹ ਚੀਜ਼ ਖਤਮ ਹੋ ਜਾਂਦੀ ਹੈ। ਸੋ ਮੈਂ ਕਿਸੇ ਦੇ ਉੱਤੇ ਇੱਦਾਂ ਇਤਬਾਰ ਨਹੀਂ ਕਰਦਾ। ਮੈਂ ਆਪ ਉਹਨਾਂ ਨੂੰ ਬਣਾਉਂਦਾ ਵਾਂ। ਜਿਹੜੇ ਤੁਹਾਨੂੰ ਵੀ ਖਵਾਏ ਸੀਗੇ ਉਹ ਵੀ ਮੈਂ ਆਪ ਹੀ ਤਿਆਰ ਕੀਤੇ ਸੀਗੇ, ਉਹ ਤਾਂ ਹੀ ਸਵਾਦ ਬਣੇ ਸੀ, ਮੈਂ ਆਪ ਬਣਾਉਂਦਾ। ਅੱਛਾ, ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਹੀ ਹੈ, ਜਦੋਂ ਅਸੀਂ ਆਰਗੈਨਿਕ ਵਾਲੇ ਪਾਸੇ ਨੂੰ ਤੁਰ ਪਏ ਹਾਂ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਇਹ ਐਟਮਾਂ ਨੇ ਇਹ ਵੈਗਰਾ ਦੀ ਗੋਲੀ ਨਾਲੋਂ ਕਿਤੇ ਜ਼ਿਆਦਾ ਤੇਜ਼ ਕੰਮ ਕਰਦੀਆਂ ਨੇ। ਦੇਖੋ ਫਰੂਕੀ ਸਾਹਿਬ, ਇੱਦਾਂ ਹੈ, ਵੈਗਰਾ ਦੀ ਗੋਲੀ ਦਾ ਸਭ ਤੋਂ ਵੱਡਾ ਜਿਹੜਾ ਸਾਈਡ ਇਫੈਕਟ ਇਹ ਵੇ ਕਿ ਉਹ ਕੁਝ ਸਮੇਂ ਬਾਅਦ ਮੇ ਬੀ ਤੁਸੀਂ ਕਿਸੇ ਦੀ ਬੋਡੀ ਦੇ ਉੱਤੇ ਡਿਪੈਂਡ ਕਰਦਾ ਵੀ ਕੋਈ 10 ਵਾਰੀ ਲੈ ਲੇ ਅਤੇ ਕੋਈ 20 ਵਾਲੀ ਲੈ ਲੇ ਅਤੇ ਕੋਈ 50 ਵਾਰੀ ਲੈ ਲੇ। 50 ਵਾਰਾਂ ਤੋਂ ਵੱਧ ਮੈਂ ਨਹੀਂ ਕਿਸੇ ਨੂੰ ਦੇਖਿਆ ਵੀ ਵੈਗਰਾ ਦੀ ਗੋਲੀ ਉਹੀ mg ਦੀ ਉਹਦੇ 'ਤੇ ਅਸਰ ਕਰੇ। ਜਿਹੜੀ ਗੋਲੀ ਪਹਿਲਾਂ 5 mg ਦੀ ਅਸਰ ਕਰਦੀ ਸੀ, ਉਹ 10 mg ਦੀ ਹੋ ਗਈ, 10 mg ਵਾਲੀਆਂ ਫਿਰ 2 ਹੋ ਗਈਆਂ, ਫਿਰ 3 ਹੋ ਗਈਆਂ। ਅਲਟੀਮੇਟਲੀ ਐਂਡ ਆਫ ਦਾ ਡੇ ਉਹ ਜਿਹੜੀ ਗੋਲੀ ਹੈ ਉਹ ਅਸਰ ਕਰਨਾ ਬਿਲਕੁਲ ਬੰਦ ਕਰ ਦੇਗੀ। ਪਰ ਇਹ ਜਿਹੜੀ ਚੀਜ਼ ਹੈ ਜੋ ਨੈਚੁਰਲ ਤੁਹਾਨੂੰ ਮੈਂ ਡਾਈਟ ਦੱਸ ਰਿਹਾ ਵਾਂ, ਇਹਦਾ ਕੋਈ ਅੰਤ ਹੀ ਨਹੀਂ ਹੈਗਾ। ਤੁਸੀਂ ਇਹਨੂੰ ਸਾਰੀ ਉਮਰ ਵਰਤੋ। ਮੈਨੂੰ ਆਪ ਨੂੰ 15 ਸਾਲ ਹੋ ਗਏ ਵਰਤਦੇ ਨੂੰ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ, ਮੈਂ ਬਿਲਕੁਲ ਠੀਕ ਹਾਂ। ਕਿਸੇ ਤਰ੍ਹਾਂ ਦੀ ਕੋਈ ਲੱਕ 'ਚ ਪੇਨ ਨਹੀਂ ਹੋਈ, ਕੋਈ ਸਰਵਾਈਕਲ ਨਹੀਂ ਹੋਇਆ, ਕੋਈ ਸ਼ੂਗਰ ਨਹੀਂ ਹੋਈ, ਕੋਈ BP ਨਹੀਂ ਹੋਇਆ, ਕੁਛ ਨਹੀਂ ਹੋਇਆ। ਘੋੜੇ ਵਰਗਾ ਜਮਾਂ ਤੁਹਾਡੇ ਸਾਹਮਣੇ ਬੈਠਾ। ਜੀ। ਅੱਛਾ, ਹੋਰ ਕੀ ਕੋਈ ਐਟਮ ਤੁਸੀਂ ਇਸਤੇਮਾਲ ਕਰਦੇ ਹੋ ਆਪਣੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਖੁਦ ਤਕੜੇ ਰਹਿਣ ਵਾਸਤੇ, ਜਵਾਨ ਦਿਖਣ ਵਾਸਤੇ? ਰੂਕੀ ਸਾਹਿਬ, ਆਪਾਂ ਸਟਾਰਟਿੰਗ ਦੇ ਵਿੱਚ ਜ਼ਬਾਨ ਕੀਤੀ ਸੀ ਵੀ 5 ਚੀਜ਼ਾਂ ਪੂਰੀਆਂ ਕਰਾਂਗੇ, 5ਵੀਂ ਚੀਜ਼ ਰਹਿ ਗਈ, ਉਹ ਆਪਾਂ ਪੂਰੀ ਕਰ ਦਿੰਦੇ ਹੁਣ। ਬਦਾਮ। ਅੱਛਾ, ਬਦਾਮ ਜਿਹੜੇ ਨੇ ਸਭ ਤੋਂ ਵਧੀਆ ਚੀਜ਼ ਹੈ ਹਰ ਚੀਜ਼ ਦਾ ਫੰਕਸ਼ਨ ਲੈਣ ਲਈ। ਕਿਉਂ? ਬਦਾਮ ਕਿਹੜੀ ਤੁਹਾਡੇ ਅੰਦਰ ਬਲੱਡ ਦੀ ਕਮੀ ਨਹੀਂ ਹੋਣ ਦੇਣਗੇ। ਬਲੱਡ ਦਾ ਫਲੋ ਹੈ, ਜਦੋਂ ਆਪਾਂ ਸੋਚਦੇ ਹਾਂ ਕਿਸੇ ਗੱਲ ਬਾਰੇ, ਬਲੱਡ ਦਾ ਫਲੋ ਇੰਨੀ ਸਪੀਡ ਨਾਲ ਆਏਗਾ, ਤੁਸੀਂ ਕਹੋਗੇ ਵੀ ਮੇਰੇ ਅੰਦਰ ਇੰਨੀ ਤਾਕਤ ਪਹਿਲਾਂ ਤਾਂ ਹੈ ਨਹੀਂ ਸੀ ਕਦੀ, ਅੱਜ ਕਿੱਦਾਂ ਆ ਗਈ। ਉਹ ਸਾਰਾ ਚਮਤਕਾਰ ਹੈ। ਇਹ ਸਾਰੇ ਜਿਹੜੇ ਫਰੂਟ ਜਿੰਨੇ ਦੱਸੇ ਨਾ ਤੁਹਾਨੂੰ ਮੈਂ, ਇਹ ਸਾਰੇ ਚਮਤਕਾਰੀ ਨੇ। ਅੱਛਾ, ਫਿਰ ਵੈਜੀ ਇੱਕ ਹੋਰ ਬੜਾ ਅਹਿਮ ਇੱਥੇ ਸਵਾਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਲੀਆਂ ਇਸਤੇਮਾਲ ਕਰ ਲਈਆਂ, ਸਭ ਨੇ ਇਸਤੇਮਾਲ ਕਰ ਲਈਆਂ, ਉਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਉਹਨਾਂ ਅਸਰ ਨਹੀਂ ਆਇਆ, ਉਸ ਪੱਧਰ ਤੱਕ ਨਹੀਂ ਗਏ, ਜਾਂ ਫਿਰ ਗਏ ਨੇ ਤਾਂ ਬਹੁਤ ਜ਼ਿਆਦਾ ਕੋਈ ਬਹੁਤਾ ਫਰਕ ਨਹੀਂ ਪਿਆ, ਤੇ ਫਿਰ ਉਹ ਕੀ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਉਹਦੇ ਵਾਸਤੇ? ਕੀ ਕਰਨ ਜਿਹੜੇ ਲੋਕ ਨੇ? ਦੇਖੋ, ਇੱਦਾਂ ਹੁੰਦਾ, ਜੇ ਤਾਂ ਤੁਸੀਂ ਪਹਿਲਾਂ ਹੀ ਤੰਦਰੁਸਤ ਹੋ, ਇਹ ਤਾਂ ਮੈਂ ਤੁਹਾਨੂੰ ਦੱਸੀਆਂ ਚੀਜ਼ਾਂ ਉਹ ਜਿਹੜੀਆਂ ਤੁਹਾਨੂੰ ਤੁਹਾਡੀ ਹੈਲਥ ਨੂੰ ਗੁੱਡ ਰੱਖਣਗੀਆਂ, ਮੇਨਟੇਨਡ ਰੱਖਣਗੀਆਂ। ਪਰ ਜੇ ਤੁਹਾਡੀ ਹੈਲਥ ਪਹਿਲਾਂ ਹੀ ਵੀਕ ਹੈ ਅਤੇ ਤੁਹਾਡੇ ਉੱਤੇ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਵਧੀਆ ਤਰ੍ਹਾਂ ਨਾਲ ਨਹੀਂ ਅਸਰ ਕਰਨਗੀਆਂ, ਇਹਦੇ ਵਿੱਚ ਕੋਈ ਦੋ ਰਾਏ ਜਾਂ ਸ਼ੱਕ ਨਹੀਂ ਹੈਗਾ। ਉਹਦੇ ਲਈ ਫਿਰ ਪ੍ਰੋਪਰ ਇੱਕ ਸਿਸਟਮ ਹੈਗਾ, ਡਾਇਗਨੋਜ਼ ਹੈਗਾ, ਉਹ ਤਰੀਕਾ ਹੈਗਾ, ਉਹ ਸਾਡੇ ਕੋਲ ਹੈਗਾ, ਜਿਹਨੂੰ ਆਪਾਂ ਅੱਗੇ ਮਹਾਰਾਜਾ ਪਟਿਆਲੇ ਵਾਲਾ ਫਾਰਮੂਲਾ ਕਹਿੰਦੇ ਆ, ਜਾਂ ਅੰਗਰੇਜ਼ੀ 'ਚ ਗੋਰਿਆਂ ਲਈ ਕਹਿ ਦਿੱਤਾ ਗੋਲਡ ਕੋਰਸ, ਕਿਉਂਕਿ ਉਹਨਾਂ ਨੂੰ ਮਹਾਰਾਜਾ ਪਟਿਆਲੇ ਬਾਰੇ ਪਤਾ ਨਹੀਂ ਗੋਰਿਆਂ ਨੂੰ ਵੀ ਮਹਾਰਾਜਾ ਪਟਿਆਲਾ ਕੌਣ ਸੀ ਅਤੇ ਉਹਦੀ ਕੀ ਉਹਨੇ ਕੀਤੇ ਸੀਗੇ। ਅਤੇ ਜੇ ਦੁਬਈ 'ਚ ਕਹੀਏ ਤਾਂ ਆਪਾਂ ਸ਼ੇਖਾਂ ਵਾਲਾ ਫਾਰਮੂਲਾ ਕਹਿ ਲਈਦਾ, ਕਿਉਂਕਿ ਗੱਲ ਤਾਂ ਉਹੀ ਆ ਗਈ ਵੀ ਪੰਜਾਬੀ ਦੇ ਵਿੱਚ ਕਹਿ ਲਈਏ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਈ ਸਾਡੇ ਵੀਰ ਭਰਾ ਕਹਿੰਦੇ ਨੇ ਵੀ ਵੈਦ ਸਾਹਿਬ ਉਹ ਜਿਹੜਾ ਪਲੰਘ ਤੋੜਨ ਵਾਲਾ ਫਾਰਮੂਲਾ ਨਾ ਉਹ ਦੱਸੋ ਸਾਨੂੰ। ਅਤੇ ਉਹ ਇਹ ਚੀਜ਼ ਹੈ ਵੀ ਉਹਦੇ ਲਈ ਉਹ ਕੋਰਸ ਜਿਹੜਾ ਤਾਕਤ ਵਾਲਾ ਉਹ ਆਪਾਂ ਨੂੰ ਕਰਨਾ ਹੀ ਪੈਣਾ। ਜੀ। ਅੱਛਾ, ਅਤੇ ਫਿਰ ਜਾਂਦੇ ਜਿਹੜੇ ਇਸ ਵੇਲੇ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਦੇਖ ਰਹੇ ਨੇ, ਵੈਸੇ ਕੋਈ ਖਾਸ ਸੁਨੇਹਾ ਜਿਨ੍ਹਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜ੍ਹਾਅ ਚੱਲ ਰਹੇ ਨੇ, ਗ੍ਰਸਤੀ ਲਾਈਫ ਦੇ ਵਿੱਚ ਉਤਾਰ ਚੜ੍ਹਾਅ ਚੱਲ ਰਹੇ ਨੇ, ਉਹ ਦੂਰ ਹੋ ਜਾਣ? ਕੋਈ ਇਸ ਤਰ੍ਹਾਂ ਦਾ ਫਾਰਮੂਲਾ, ਆਲ ਓਵਰ ਫਾਰਮੂਲਾ ਕੋਈ? ਦੇਖੋ ਜੀ, ਮੈਂ ਇੱਕ ਚੀਜ਼ ਨੂੰ ਨਾ ਬੜਾ ਮੈਨੂੰ ਫੀਲ ਹੁੰਦਾ, ਮੈਂ ਸੋਚ ਕੇ ਥੋੜ੍ਹਾ ਜਿਹਾ ਡਿਪਰੈਸਡ ਵੀ ਹੋ ਜਾਂਦਾ ਵਾਂ। ਜਿਹੜੀ ਐਲਕੋਹਲ ਹੈ ਨਾ, ਐਲਕੋਹਲ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ। ਜੇ ਸਿਰਫ ਇੰਨੀ ਮਨ ਮਾਰ ਕੇ, ਪਹਿਲਾਂ ਆਪਾਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਵੀ ਫਲਾਣਾ ਅੱਧਾ ਕਿਲੋ ਘਿਓ ਪੀ ਜਾਂਦਾ, ਫਲਾਣਾ ਇੰਨਾ ਮੱਖਣ ਖਾ ਜਾਂਦਾ, ਫਲਾਣਾ ਇੰਨਾ ਦੁੱਧ ਪੀ ਲੈਂਦਾ ਇਕੱਠਾ। ਅੱਜ ਦੀ ਡੇਟ 'ਚ ਕਹਿੰਦੇ ਜੀ ਮੁੰਡਾ ਬੜਾ ਦਲੇਰ ਹੈ ਵੀ ਪੂਰੀ ਬੋਤਲ ਮੂੰਹ ਨੂੰ ਲਾ ਕੇ ਪੀ ਜਾਂਦਾ ਦਾਰੂ ਦੀ। ਅਤੇ ਉਹ ਇੱਕ ਤਰ੍ਹਾਂ ਨਾਲ ਐਸਿਡ ਹੈ, ਇੱਕ ਕੈਮੀਕਲ ਹੈ। ਉਹ ਐਸਿਡ ਪੀਆਂਗੇ ਆਪਾਂ, ਕੈਮੀਕਲ ਪੀਆਂਗੇ, ਉਹ ਕੀ ਕਰੇਗਾ ਆਪਣੀ ਨੌਜਵਾਨ ਜਨਰੇਸ਼ਨ ਨੂੰ? ਕੋਈ ਬਹੁਤ ਵਧੀਆ ਇਹ 'ਚ ਕੋਈ ਸ਼ੋਅ ਵਾਲੀ ਗੱਲ ਨਹੀਂ ਆ, ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ ਵੀ ਦਾਰੂ ਇੰਨੀ ਪੀ ਲੈਂਦਾ।
दारू पी के अपना बेड़ा गर्क ही करेगा, डैड हो जाएगा, बिल्कुल स्पर्म काउंट निल हो जाएगा, फिर रोंदा पिटदा फिर ਅਖੀਰ 'ਚ ਕਿਸੇ ਵੈਦ ਕੋ ਜਾਏਗਾ, ਡਾਕਟਰ ਕੋ ਜਾਏਗਾ। ਸੋ ਮੈਂ ਮੁੰਡੇ ਕੁੜੀਆਂ ਦੋਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਕੋਈ ਵੀ ਇੱਦਾਂ ਦਾ ਪੰਜਾਬੀ ਲੱਚਰ ਗਾਣਾ ਸੁਣ ਕੇ ਆਪਣੇ ਆਪ ਨੂੰ ਅਲਕੋਹਲ ਵਾਲੇ ਪਾਸੇ ਨਾ ਲਾਓ, ਨਸ਼ਿਆਂ ਵਾਲੇ ਪਾਸੇ ਨਾ ਲਾਓ, ਤੰਦਰੁਸਤੀ ਵਾਲੇ ਪਾਸੇ ਜਾਓ, ਜਿੰਨਾ ਆਪਣੇ ਪੰਜਾਬ ਦਾ ਨਾਂ ਰੌਸ਼ਨ ਹੋਏ, ਕੋਈ ਚੰਗੇ ਕੰਮ ਕਰੋ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ, ਬੜੀ ਸੋਹਣੀ ਤੁਸੀਂ ਜਾਣਕਾਰੀ ਅੱਜ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਡੇ ਨਾ ਫਾਰਮੂਲੇ ਜੋ ਕਿਸੇ ਇੱਕ ਦੇ ਵੀ ਇੱਕ ਫਾਰਮੂਲਾ ਕੋਈ ਫਿੱਟ ਬੈਠ ਗਿਆ ਤਾਂ ਉਹ ਅਖੌਤੀ ਵੈਦਾ ਹਕੀਮਾਂ ਤੋਂ ਉਹਨੂੰ ਜਾਣ ਦੀ ਜਿਹੜੀ ਜ਼ਰੂਰਤ ਨਹੀਂ ਪੈਗੀ। ਤੁਸੀਂ ਸਮਾਂ ਦਿੱਤਾ ਹਮੇਸ਼ਾ ਦੀ ਤਰ੍ਹਾਂ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਕੀਕਤ ਟੀਵੀ ਪੰਜਾਬੀ ਵੇਖਣ ਵਾਲਿਆਂ ਦਾ ਮੈਂ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਵੈਦ ਹਰਸ਼ਵੀਰ ਸਿੰਘ ਗੋਰਿਆਂ ਦੇ ਵੈਦ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ, ਔਰ ਨਾਲੋਂ ਨਾਲ ਉਹਨਾਂ ਨੇ 5 ਚੀਜ਼ਾਂ ਡਾਰਕ ਚਾਕਲੇਟ, ਕੱਦੂ ਦੇ ਬੀਜ, ਖਜੂਰ, ਬਦਾਮ ਔਰ ਇੱਕ ਜਿਹੜਾ ਅਸੀਂ ਕਹਿ ਲਈਏ ਕਿ ਜਿਹੜਾ ਇਹਨਾਂ ਨੇ ਡਿਸਕਲੋਜ਼ ਕੀਤਾ ਕਿ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਜਿਹੜਾ ਇਸਤੇਮਾਲ ਹੈ ਉਹ ਅਸੀਂ ਕਰਕੇ, ਅਨਾਰ ਵੀ ਇਹਨਾਂ ਨੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਅਨਾਰ ਹੈ ਜਿਹੜਾ ਵਿਆਗਰਾ ਦੀ ਗੋਲੀ ਨਾਲੋਂ ਤੇਜ਼ੀ ਨਾਲ ਕੰਮ ਕਰਦਾ ਹੈ। 5 ਚੀਜ਼ਾਂ ਨੇ ਜਿਹੜੇ ਉਹਨਾਂ ਨੇ ਖੁਲਾਸਾ ਕੀਤਾ ਹੈ। ਅਗਰ ਤੁਹਾਨੂੰ ਅਰਲੀਅਰ ਕੋਈ ਪ੍ਰੋਬਲਮ ਗ੍ਰਸਤੀ ਨਾਲ ਸੰਬੰਧਿਤ ਪੇਸ਼ ਆਉਂਦੀ ਹੈ ਤਾਂ ਇਹਨਾਂ ਨਾਲ ਉਸ ਦਾ ਛੁਟਕਾਰਾ ਜਿਹੜਾ ਉਹ ਕੀਤਾ ਜਾ ਸਕਦਾ। ਫਿਰ ਵੀ ਕਿਸੇ ਵੀਡੀਓ ਦੇਖਣ ਤੋਂ ਬਾਅਦ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਗੋਰਿਆਂ ਦੇ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਮਨ ਦੇ ਵਿੱਚ ਉਹ ਸਵਾਲ, ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ। ਫਿਲਹਾਲ ਜੇਕਰ ਤੁਹਾਡੇ ਮਨ ਦੇ ਵਿੱਚ ਫਿਰ ਵੀ ਕਿਸੇ ਤਰ੍ਹਾਂ ਦੀ ਇਸ ਵੀਡੀਓ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣ ਦੀ ਹੋਰ ਇੱਛਾ ਹੋ ਰਹੀ ਹੈ ਤਾਂ ਨੀਚੇ ਨੰਬਰ ਚੱਲ ਰਿਹਾ ਹੈ, ਗੋਰਿਆਂ ਦੇ ਵੈਦ ਦਾ ਨੰਬਰ ਅਸੀਂ ਚਲਾ ਰੱਖਿਆ ਹੈ, ਤੁਸੀਂ ਕਿਰਪਾ ਕਰਕੇ ਉਸ ਨੰਬਰ 'ਤੇ ਕਾਲ ਕਰਕੇ ਵੈਦ ਹਰਸ਼ਵੀਰ ਸਿੰਘ ਉਹਨਾਂ ਨਾਲ ਜਿਹੜਾ ਕੰਟੈਕਟ ਆ ਕਰ ਸਕਦੇ ਹੋ। ਚੈਨਲ ਦੇ ਨੰਬਰ 'ਤੇ ਕਾਲ ਨਾ ਕਰਿਆ ਕਰੋ। ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਅਸੀਂ ਵੀਡੀਓ ਦੇ ਵਿੱਚ ਨੰਬਰ ਹੈ ਜਿਹੜਾ ਸੰਬੰਧਿਤ ਹਕੀਮ ਅਤੇ ਵੈਦ ਦਾ ਉਹ ਦੇ ਦਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।